ਸਤਿ ਸ਼੍ਰੀ ਅਕਾਲ। ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਪ੍ਰੀਤ ਕੌਰ ਤੇ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਪੰਜਾਬ ਚੋਣਾਂ ਤੋਂ ਪਹਿਲਾਂ ਬੈਂਕ ਵਿੱਚ ਡਾਕਾ ਪਿਸਤੌਲ ਦੀ ਨੋਕ ਤੇ 30 ਲੱਖ ਦੀ ਲੁੱਟ। ਮੁੱਖ ਚੋਣ ਅਧਿਕਾਰੀ ਨੇ ਸਾਰੇ ਜ਼ਿਲ੍ਹਾ ਚੋਣ ਅਫਸਰਾਂ ਨੂੰ ਪੋਲਿੰਗ ਸਟੇਸ਼ਨਾਂ ਲਈ ਦਿੱਤੇ ਖਾਸ ਆਦੇਸ਼। ਚੋਣਾਂ ਤੋਂ ਇੱਕ ਦਿਨ ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸੁਖਬੀਰ ਤੇ ਹਰਸਿਮਰਤ ਕੌਰ ਬਾਦਲ। ਪ੍ਰਧਾਨ ਮੰਤਰੀ ਮੋਦੀ ਨੇ ਅਫਗਾਨਿਸਤਾਨ ਸਿੱਖਾਂ ਤੇ ਹਿੰਦੂਆਂ ਦੇ ਵਫਦ ਨਾਲ ਕੀਤੀ ਮੁਲਾਕਾਤ ਤੇ ਬਠਿੰਡਾ ਵਿੱਚ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ। ਤੇ ਹੁਣ ਇਹਨਾਂ ਖਾਸ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਅਹਿਮ ਖਬਰਾਂ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੌਸ਼ਹਿਰਾ ਪਨੂਆ ਦੀ HDFC ਬੈਂਕ ਵਿੱਚੋਂ ਅੱਜ ਦੁਪਹਿਰੇ ਲੁਟੇਰਿਆਂ ਨੇ 30 ਲੱਖ ਦੀ ਲੁੱਟ ਕੀਤੀ। ਮਿਲੀ ਜਾਣਕਾਰੀ ਅਨੁਸਾਰ 2 ਮੋਟਰਸਾਈਕਲਾਂ ਤੇ ਆਏ 3 ਪਿਸਤੌਲਧਾਰੀ ਲੁਟੇਰਿਆਂ ਨੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪਤਾ ਲੱਗਾ ਹੈ ਕਿ ਲੁਟੇਰੇ ਬੈਂਕ ਦੀ ਮਹਿਲਾ ਕਰਮਚਾਰੀ ਦੇ ਗਹਿਣੇ ਤੇ ਮੋਬਾਈਲ ਫੋਨ ਵੀ ਲੈ ਗਏ। ਇਹੀ ਨਹੀਂ, ਲੁਟੇਰੇ CCTV ਕੈਮਰਿਆਂ ਦਾ DVR ਵੀ ਉਤਾਰ ਕੇ ਲੈ ਗਏ। ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ਤੇ ਚੌਕੀ ਨੌਸ਼ਹਿਰਾ ਪਨੂਆ ਤੇ ਥਾਣਾ ਸਰਹਾਲੀ ਦੀ ਪੁਲਿਸ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਬੈਂਕ ਡਕੈਤੀ ਹੋਈ ਹੈ ਇੱਥੇ ਤੇ HDFC ਬੈਂਕ ਆ ਨੌਸ਼ਹਿਰਾ ਪਨੂਆ। ਅਸੀਂ ਮੌਕੇ ਤੇ ਆਏ ਹਾਂ, ਅਸੀਂ ਦੇਖ ਰਹੇ ਹਾਂ ਬਾਕੀ ਅਪਰੋਕਸੀਮੇਟਲੀ ਕਹਿ ਰਹੇ ਨੇ 25 to 30 ਲੱਖ ਕਹਿ ਰਹੇ ਨੇ। ਹਾਂਜੀ ਬਸ ਅਸੀਂ CCTV ਫੁਟੇਜ ਦੇਖ ਰਹੇ ਹਾਂ, ਬਾਕੀ ਇੱਕ ਬੰਦੇ ਨੇ ਅਸੀਂ ਦੇਖ ਰਹੇ ਹਾਂ, ਜਾ ਰਹੇ ਹਾਂ, ਕੈਮਰੇ ਫੋਲੋ ਕਰ ਰਹੇ ਹਾਂ। ਹਾਂਜੀ ਗਨ ਲੈ ਕੇ ਗਏ ਨੇ ਤੇ ਉਹਨਾਂ ਕੋਲੋਂ ਗਨ ਲੈ ਕੇ ਗਏ ਨੇ ਤੇ ਕੁਝ ਫੋਨ ਹੈਗੇ ਨੇ ਨਾਲ ਉਹਨੇ ਲੈ ਕੇ ਗਏ ਜਿਹੜੇ ਕਸਟਮਰ ਸੀਗੇ। ਮੁੱਖ ਚੋਣ ਅਧਿਕਾਰੀ ਡਾਕਟਰ S ਕਰੁਣਾ ਰਾਜੂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸੂਬੇ ਦੀ ਸਮੁੱਚੀ ਮਸ਼ੀਨਰੀ ਸ਼ਾਂਤਮਈ ਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ 24 ਘੰਟੇ ਕੰਮ ਕਰ ਰਹੀ ਹੈ। ਉਹਨਾਂ ਦੱਸਿਆ ਕਿ ਕੁੱਲ 1304 ਉਮੀਦਵਾਰਾਂ ਵਿੱਚੋਂ 231 ਰਾਸ਼ਟਰੀ ਪਾਰਟੀਆਂ, 250 ਸੂਬਾਈ ਪਾਰਟੀਆਂ, 362 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਸੰਬੰਧਿਤ ਨੇ, ਜਦਕਿ 461 ਆਜ਼ਾਦ ਉਮੀਦਵਾਰ ਨੇ। ਉਹਨਾਂ ਕਿਹਾ ਕਿ ਚੋਣ ਲੜ ਰਹੇ 315 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਨੇ। ਡਾਕਟਰ ਰਾਜੂ ਨੇ ਦੱਸਿਆ ਕਿ 3 ਵਿਸ਼ੇਸ਼ ਸਟੇਟ ਆਬਜ਼ਰਵਰਾਂ ਤੋਂ ਇਲਾਵਾ ਭਾਰਤੀ ਚੋਣ ਕਮਿਸ਼ਨ ਨੇ 65 ਜਨਰਲ ਆਬਜ਼ਰਵਰ, 50 ਖਰਚਾ ਆਬਜ਼ਰਵਰ ਤੇ 29 ਪੁਲਿਸ ਆਬਜ਼ਰਵਰ ਨਿਯੁਕਤ ਕੀਤੇ ਨੇ ਜੋ ਤਿੱਖੀ ਨਜ਼ਰ ਰੱਖ ਰਹੇ ਨੇ। ਉਹਨਾਂ ਕਿਹਾ ਕਿ ਪੋਲਿੰਗ ਪਾਰਟੀਆਂ ਦੀ ਸਹਾਇਤਾ ਲਈ 283 ਸੈਕਟਰ ਅਫਸਰ ਤਾਇਨਾਤ ਕੀਤੇ ਗਏ ਨੇ। पंजाब दी चोणां वास्ते ਜਿਹੜੇ ਵੀ ਸਾਡਾ ਤਿਆਰੀਆਂ ਹੈ ਇਸ ਦੇ ਬਾਰੇ में विस्तार से ਤੁਹਾਨੂੰ ਇਨਫੋਰਮੇਸ਼ਨ ਦੇਣਾ ਹੈ ਔਰ ਤੁਹਾਡੇ ਰਾਹੀਂ ਪੰਜਾਬ ਦੇ ਵਿੱਚ ਜਿੰਨਾ ਵੀ ਵੋਟਰ ਸਾਹਿਬਾਨ, ਸਿਟੀਜ਼ਨਸ, ਆਲ ਸਟੇਕ ਹੋਲਡਰਸ ਨੂੰ ਇਸ ਪ੍ਰੈਸ ਬਰੀਫਿੰਗ ਦੀ ਰਾਹੀਂ ਇਨਫੋਰਮੇਸ਼ਨ ਦੇਣ ਦੀ ਮੁੱਖ ਮੰਤਵ ਹੈ ਇਸ ਪ੍ਰੈਸ ਬਰੀਫਿੰਗ ਦੀ, ਪ੍ਰੈਸ ਕਾਨਫਰੰਸ ਦੀ। ਸਾਰਿਆਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਔਰ ਥੈਂਕ ਯੂ ਵੈਰੀ ਮਚ ਫॉर ਯੂਅਰ ਗ੍ਰੇਸ਼ੀਅਸ ਪ੍ਰੈਜ਼ੈਂਸ। ਸਾਡਾ ਪੰਜਾਬ ਦੀ ਲੈਜਿਸਲੇਟਿਵ ਅਸੈਂਬਲੀ ਚੋਣਾਂ ਦੀ ਪੂਰਾ ਤਿਆਰੀਆਂ ਕੰਪਲੀਟ ਹੋ ਗਿਆ ਹੈ। 20 ਤਾਰੀਖ ਨੂੰ ਵੋਟਿੰਗ ਹੈ, 20/2/2022 ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਚੱਲੂਗਾ ਔਰ ਹੁਣ 18 ਤਾਰੀਖ ਸ਼ਾਮ 6 ਵਜੇ ਤੋਂ ਸਾइलेंस पीरियड शुरू हो गया है। ये 20 तारीख 6 ਵਜੇ ਤੱਕ साइलेंस पीरियड ਰਹੂਗਾ ਔਰ ਸਾਡਾ ਪੰਜਾਬ ਦੇ ਵਿੱਚ ਟੋਟਲ इलेक्टर साहिबान है 2,14 लाख है। सर्विस इलेक्टर्स 1,09,000 है। NRI वोटर्स 1,608 ने। सीनियर सिटीजनस वोटर्स ने साडे पंजाब दे विच 5,09,000 ने। परसनस विथ डिजेबिलिटीज़ जिहड़े भी दिव्यांग वोटर साहिबान उन्हां दे गिणती है साडे पंजाब दे विच 1,58,000 ने और 18 से लेकर 19 एज ग्रुप है वो 3.48 लाख अपना साडे वोटर साहिबान ने जी। एपिक कवरेज पंजाब दे विच 100% है। सारियां नू एपिक कार्ड दे दिए गए हैं। पोलिंग बूथ्स पंजाब दे विच सैटअप किए गए। इलैक्शन कमीशन ऑफ इंडिया ने सानू परमिशन दिता 24,740 पोलिंग स्टेशन की लोकेशन है साडे 14,684 14,684 पोलिंग स्टेशन की लोकेशन। ये भी अपना एक पोलिंग स्टेशन, 2 पोलिंग स्टेशन भी है, कई जगह एक आध जगह 3 पोलिंग स्टेशन सी है, 4 भी है, 5 भी है, 6 भी है। ये क्योंकि कई बार एक ही थाते 2 या 3 भी हो जाता है।
ये भी ब्रेकअप मैंने ਤੁਹਾਨੂੰ इस प्रेस ब्रीफिंग ਦੇ ਰਾਹੀਂ ਤੁਹਾਨੂੰ ਦੇਵਾਂਗਾ। इलेक्शन कमीशन ऑफ इंडिया सानू गाइड करती है, इंस्ट्रक्शन दिंदी है और उन्होंने गाइडेंस के मुताबिक उन्होंने रहनुमाई की हेठ पूरा तैयारियां हुंदा है। इस बार मॉडल पोलिंग स्टेशन भी असी सेटअप किया है। टोटल 1196 मॉडल पोलिंग स्टेशन ने। सिर्फ विमेन मैनेज्ड पोलिंग स्टेशन जिन्होंने नॉर्मली असी पिंक पोलिंग बूथ कहते हैं, ये 196 पिंक पोलिंग बूथ्स ने। और परसनस विथ डिजेबिलिटीज़ वो अपने आप आगे आके दस रहे असी भी पोलिंग बूथ मैनेज करांगे। इस तरीके पोलिंग बूथ्स है साढ़े 70 पोलिंग बूथ्स ने जिहड़े भी परसनस विथ डिजेबिलिटीज़ खुद वो पोलिंग स्टेशनस मैन कर रहे हैं। और 100% असी वैबकास्टिंग की तैयारी है साढ़े कोल। क्रिटिकल पोलिंग बूथ जिहड़े भी तुहानू इन्फॉर्मेशन की बहुत ज़रूरी हुंदा है। क्रिटिकल पोलिंग स्टेशन से 2013 है और कुछ एरियाज इहो जिहा हो सकता है उत्ते वलनरेबल एरियाज वलनरेबल पॉकेट्स साडे स्टेट दे विच वलनरेबल लोकेशंस आइडेंटिफाई किया गया है। 2952 थां है ये वलनरेबल लोकेशंस ने। शाडो एरिया जिथे मोबाइल ठीक तरीका कम नहीं करता उत्थे पुलिस महकमा वालों वायरलेस सेट्स की इंतजाम किए गए हैं, वो 98 लोकेशंस ने। पूरा साडे इलैक्शंस के इंतजाम कंप्लीटली वॉच करने लई 2083 सैक्टर ऑफिसर्स ने साडे पूरा पंजाब में 117 कॉन्स्टिट्यूएंसीज दे विच 2083 सैक्टर ऑफिसर्स लगे हुए ने। वो सवेरे लेके शाम तक वो लगातार दौरा करते रहेंगे। जिथे भी कोई भी माड़ा जा समस्या होंदी है या और कोई मैनेजमेंट दी इशू होंदा है, जिथे भी अगर कोई लॉ एंड ऑर्डर इशू हो या कोई किथे EVM दी चेंज करना है, इस इश्यूज़ ਨੂੰ तुरंत विथिन मिनटां ਦੇ ਵਿੱਚ निपटारा करने लई इस 2083 सैक्टर ऑफिसर्स लगातार काम करेंगे। और इस बार तो पता है पॉलिटिकल पार्टीज ज़्यादा कंटेस्ट कर रहे हैं। कुछ असेंबली कॉन्स्टिट्यूंसीज यहो जिहे ने जिथे 2 BUs बैलेट यूनिट्स 2 BUs लाउण की लोड़ पै गई है। इस तरीका कॉन्स्टिट्यूंसीज 6 ने। ये है 52 खरड़, 59 सानेवाल, 61 लुधियाना साउथ, 67 पायल, 110 पटियाला रूरल, 115 पटियाला। नाका ਜਿਹੜੇ ਵੀ सिक्योरिटी इशूस बहुत इंपॉर्टेंट ਹੁੰਦਾ है पोलिंग के दौरान ਅਤੇ पोल मैनेजमेंट के दौरान 791 नाकास लगे हुए ने। इतने स्टैटिक सर्वेलेंस टीम्स ने। फोर्स डिप्लॉयमेंट मानयोग इलैक्शन कमीशन वालों सानू बहुत ज़्यादा फोर्सेस इस बार अवेलेबल करा दिए गए हैं। और इस CAPF दी नाल साडा स्टेट पंजाब स्टेट दी पुलिस भी लगे हुए ने। और नंबर ऑफ आर्म्स डिपॉजिटेड तुहानू पता ही है पंजाब दे विच असला दी लाइसेंसेस का भी एक बड़ा इश्यू हुंदा है हमेशा। और टोटल साडे पंजाब दे विच 3.9 लाख आर्म्स दी लाइसेंस्ड आर्म्स ने एज पर द रिकॉर्ड्स। इस आर्म्स दे विचों 3.79 लाख आर्म्स की डिपोजिशन हो चुके ने कई थानों में या और कोई जगह जिस दे विच DC साहिबान ने सर्टिफिकेट दी गए हैं आम डिपॉजिट गोडाउन्स उत्थे डिपॉजिट करवा दी गए हैं। टोटल 100% VVPAT से रहेगा। टोटल अपना साडे जिन्ना भी पोलिंग बूथां ने सारिया बूथां दे विच अपना EVM VVPAT 100% VVPAT दी इस बार इंतजामात हैं। पंजाब विधान सभा चोणां तो एक दिन पहला श्रोमणी अकाली दल के प्रधान सुखबीर सिंह बादल ते साबका केंद्रीय मंत्री हरसिमरत कौर बादल सचखंड श्री दरबार साहिब नतमस्तक होण पहुंचे। इस दौरान पत्रकारां नूं जानकारी दिंदिआं सुखबीर सिंह बादल ते बीबा हरसिमरत कौर बादल ने कहा कि पंजाब विधान सभा चोणां तो एक दिन पहला वाहिगुरू अगे अरदास करन पहुंचे ने कि वाहिगुरू उन्हां नूं जिੱਤ बख्शण। इस दे नाल ही उन्हां कहा कि इस वार पंजाब दे लोक पंजाब दी अपनी पंथक 100 साल पुरानी पार्टी नूं मौका देणगे। आज मैं परमात्मा का शुकराना करने वास्ते आया। श्रोमणी अकाली दल ने जो जंग लड़ी, सारे वर्करां ने बड़ी मेहनत की। परमात्मा के चरणों च दास बेनती करना है कि परमात्मा मेहर रखन पंथ की नुमाइंदा जथेबंदी पंजाबियों की नुमाइंदा जथेबंदी श्रोमणी अकाली दल ते जिहड़ी पूरी 100 साल जी का इतिहास है
ਲਗਾਤਾਰ ਪੰਜਾਬ ਪੰਥ ਪੰਜਾਬੀਆਂ ਦੀ ਲੜਾਈ ਲੜਦੀ ਰਹਿੰਦੀ ਹੈ ਤੇ ਸਾਰਾ ਕੁਝ ਮਾਲਕ ਦੇ ਹੱਥ 'ਚ ਹੈ। ਕੇਜਰੀਵਾਲ ਨੇ ਬਿਆਨ ਦਿੱਤਾ ਕਿ ਬਾਦਲ ਪਰਿਵਾਰ ਸਾਰੀਆਂ ਸੀਟਾਂ ਹਾਰੇਗਾ। ਕੋਈ ਹਰਾਉਣ ਵਾਲਾ ਨਹੀਂ, ਕੋਈ ਜਿਤਾਉਣ ਵਾਲਾ ਨਹੀਂ, परमात्मा ਦੇ ਹੱਥ ਸਾਰਾ ਕੁਝ ਹੈ। केजरीवाल जो मर्जी कह जे, केजरीवाल अपने आप ही पंजाबी ते खालसा पंथ केजरीवाल नूं अपने कल ताकत दिखाएगा। बात साहब 2017 ते 22 की फर्क नजर आया? देखो 2017 विच एक झूठ ते निर्भर सरकार सी। ऐकती पंजाबियां दी नुमाइंदा जथेबंदी खालसा पंथ की नुमाइंदा जथेबंदी एक पासे हो गई, एक पासे सारे बाहर लिया। पंजाब वर्सेस एक पंजाब का दल है अकाली दल, बाकी सारे दिल्ली के दल है। तो इस करके मैनू पूरा आस है, पूरी उम्मीद है कि पंजाबी अपनी मां पार्टी के सिर ते हथ रखणगे ते मौका देणगे ते परमात्मा दा मेहर रहे, एक वधिया पंजाब सिरजांगे, बहुत अगे तरक्की करावांगे। बड़ी दिल की ख्वाहिश है कि खास करके जी अमृतसर की दरबार साहब के चारों तरफ जी होली सिटी है, इनू बहुत खूबसूरत बनाना है। गुरु रविदास जी महाराज का पवित्र स्थान करालगढ़ है, जिहड़ा नहीं मुकम्मल कर सके पिछले 5 साल कांग्रेस के, उन्होंने भी मुकम्मल करना। कई ऐसी चीज़ें हैं। बहुत सीरियस एलिगेशंस हैं। 2017 में भी यही अरविंद केजरीवाल ऐसे लोगों के घरों पे रहे थे जो देश की अखंडता के खिलाफ है और देश के टुकड़े टुकड़े करना चाहते हैं। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਸ ਤਰ੍ਹਾਂ ਦੀ ਰਾਜਨੀਤੀ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਕਰਦੇ ਨੇ, ਜਿੱਥੇ ਅਰਾਜਕਤਾ ਫੈਲਾਉਂਦੇ ਨੇ, ਲੌਲੈਸਨੈਸ ਫੈਲਾਉਂਦੇ ਨੇ ਤੇ ਗਲਤ ਅਨਸਰਾਂ ਦੇ ਨਾਲ ਉਹਨਾਂ ਦੇ ਜਿਹੜੇ ਤਾਲੁਕਾਤ ਹੈ, ਇਹ ਅਸੀਂ ਨਹੀਂ, ਉਹਨਾਂ ਦੇ ਆਪ ਦੇ ਫਾਊਂਡਿੰਗ ਮੈਂਬਰਸ ਉਹਦੇ ਬਾਰੇ ਦੱਸ ਰਹੇ ਨੇ। ਤੇ ਸਮਰਥਨ ਉਹਨਾਂ ਨੂੰ ਇਹੋ ਜਿਹੇ ਲੋਕਾਂ ਤੋਂ ਮਿਲ ਰਿਹਾ। ਪਹਿਲੇ ਐਨਆਰਆਈ ਤੋਂ ਫੰਡਿੰਗ ਵੀ ਇਹੋ ਜਿਹੇ ਐਨਆਰਆਈਜ਼ ਤੋਂ ਮਿਲੀ ਸੀ ਜਿਹੜੇ ਦੇਸ਼ ਦਰੋਹੀ ਆਪਣੇ ਵਿੱਚ ਕਹਿਲਾਉਂਦੇ ਨੇ। ਚਲੋ ਜੀ ਮੈਡਮ, ਵਿਕਰਮ ਮਜੀਠੀਆ ਸੀਟ ਤੇ ਕੀ ਕਹੋਗੇ? ਤੁਹਾਡੇ ਬ੍ਰਦਰ ਐਤਕੀ ਵੱਖਰੀ ਸੀਟ ਤੋਂ ਲੜ ਰਹੇ ਨੇ ਕਿਉਂਕਿ ਅਲੱਗ ਐਕਸਪੀਰੀਅੰਸ ਵੀ ਹੈ, ਔਰ ਨਵਜੋਤ ਸਿੰਘ ਸਿੱਧੂ ਨਾਲ ਮੁਕਾਬਲਾ ਜੋ ਕਿ ਪੰਜਾਬ ਦੇ ਇੱਕ ਬਹੁਤ ਵੱਡੇ ਚਿਹਰੇ ਨੇ। ਮੁਕਾਬਲਾ ਸਾਰੇ ਹੀ ਵੱਡੇ ਹੁੰਦੇ ਨੇ, ਲੋਕਾਂ ਨੇ ਫੈਸਲਾ ਕਰਨਾ ਹੁੰਦਾ ਹੈ। ਜਿਨ੍ਹਾਂ ਨੂੰ ਸੇਵਾ ਦਿੱਤੀ ਸੀ, ਜੇ ਤਾਂ ਉਹਨਾਂ ਨੇ ਬਖੂਬੀ ਸੇਵਾ ਨਿਭਾਈ ਹੈ ਤੇ ਲੋਕੀ ਫੇਰ ਉਹਨਾਂ ਨੂੰ ਪ੍ਰਵਾਨ ਕਰਨਗੇ। ਲੇਕਿਨ ਜਿਨ੍ਹਾਂ ਨੇ ਸਾਰੇ ਅਹੁਦਿਆਂ ਦੇ ਲਾਹਾ ਲੈਂਦੇ ਹੋਏ ਆਪ ਦਾ ਤਾਂ ਸੁੱਖ ਭੋਗਿਆ ਲੇਕਿਨ ਲੋਕਾਂ ਦਾ ਕੋਈ ਮਸਲਾ ਹੱਲ ਨਹੀਂ ਕੀਤਾ, ਫਿਰ ਬਦਲਾਵ ਜ਼ਰੂਰ ਆਉਣਾ ਚਾਹੀਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਹਰ ਕੋਸ਼ਿਸ਼ ਕਰ ਰਹੇ ਨੇ। ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਲਗਾਤਾਰ ਪੰਜਾਬ ਵਿੱਚ ਜਿੱਥੇ ਰੈਲੀਆਂ ਕੀਤੀਆਂ, ਉੱਥੇ ਹੀ ਅੱਜ ਆਪਣੀ ਰਿਹਾਇਸ਼ ਤੇ ਅਫਗਾਨਿਸਤਾਨ ਦੇ ਸਿੱਖਾਂ ਤੇ ਹਿੰਦੂਆਂ ਦੇ ਵਫਦ ਨਾਲ ਮੁਲਾਕਾਤ ਕੀਤੀ। ਭਾਰਤ ਵਿੱਚ ਵੱਡੀ ਗਿਣਤੀ ਵਿੱਚ ਅਫਗਾਨ ਸਿੱਖ ਤੇ ਹਿੰਦੂ ਰਹਿੰਦੇ ਨੇ। ਭਾਰਤ ਸਰਕਾਰ ਨੇ ਹਾਲ ਹੀ ਵਿੱਚ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਬਹੁਤ ਸਾਰੇ ਸਿੱਖਾਂ ਤੇ ਹਿੰਦੂਆਂ ਨੂੰ ਉੱਥੋਂ ਕੱਢਿਆ, ਜਿਸ ਨੂੰ ਲੈ ਕੇ ਇਸ ਵਫਦ ਵੱਲੋਂ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਗਿਆ। बोले सोनेहा। मैं आपको कहना चाहता हूं प्रधानमंत्री जी, कोई नहीं सुन रहा था। मैं जनतक तौर पर कह रहा हूं, कोई नहीं सुन रहा था। सब दरवाजे खटका के देख लिए और आपने फिर सुना। हम आपके लिए हृदय से आपका धन्यवाद करने के लिए, ये सारे वो लोग आए हैं जिन्होंने सीए के दौरान लंबी लड़ाई आप लड़ते रहे और आपके सीए के बाद इन लोगों को यहाँ पे रहने का अवसर मिला। आपने मान सम्मान दिया, क्योंकि मुझे मालूम है अफगानिस्तान में सम्मान का कितना महत्व होता है और वहाँ का हिंदू भी इसे बड़े गर्व से पहनता है। अफगानिस्तान में ये अफगान की पहचान है। आज ये आपने मुझे पहनाया है, ये हमारे करजाई साहब देखेंगे वो सबसे ज़्यादा खुश हो जाएंगे। जो आप सब यहाँ आए हैं, ये घर आपका है। आप हमारे यहाँ मेहमान नहीं है जी, आप, ये घर आपका है। ये हिंदुस्तान आपका ही घर है और हर हिंदुस्तानी आपके प्रति उतना ही प्यार और सम्मान रखता है। आपका धन्यवाद करने के लिए सर हम आए यहाँ, जो आप और आपकी सरकार ने कठिन से कठिन समय में आपने हमारे साथ दिया। और मुझे याद है जिस दिन मैं काबुल में पार्लियामेंट में मेरा भाषण था और जब मैंने खान अब्दुल गफ्फार खान की चर्चा की
और जब मैंने ये कहा कि मेरा सौभाग्य रहा कि मुझे खान अब्दुल गफ्फार खान जी के दर्शन करने का सौभाग्य मिला था, एकदम से सदन में सब लोग बड़े ही अचंभित होकर के बड़े भक्ति भाव से अपनी भावना व्यक्त करने लगे। व्यक्तिगत रूप से अब खान लोगों का प्यार मुझे इतना मिला है जी, मैं कल्पना नहीं कर सकता। शायद ही कोई महीना ऐसा नहीं गया होगा कि अफगान किसी नागरिक ने मुझे कुछ न कुछ भेंट सौगात न भेजी। ਕਰਜ਼ੇ ਤੋਂ ਪਰੇਸ਼ਾਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਂਦਾ ਦੇ 35 ਸਾਲਾ ਕਿਸਾਨ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਪੌਣੇ 3 ਕਿੱਲਿਆਂ ਦਾ ਮਾਲਕ ਸੀ ਤੇ ਉਸ ਦੇ ਸਿਰ ਤਕਰੀਬਨ 3 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਦੇ ਚਲਦਿਆਂ ਕਿਸਾਨ ਵੱਲੋਂ ਖੁਦਕੁਸ਼ੀ ਕੀਤੀ ਗਈ। ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਮ੍ਰਿਤਕ ਦੇ ਛੋਟੇ ਭਰਾ ਵੱਲੋਂ ਵੀ ਖੁਦਕੁਸ਼ੀ ਕੀਤੀ ਗਈ ਸੀ ਤੇ ਉਸ ਦੀ ਮਾਤਾ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਇਹ ਜੀ ਮੁੰਡਾ ਗੋਬਿੰਦ ਸਿੰਘ ਸੀਗਾ, ਉਮਰ ਲਗਭਗ ਇਹਦੀ ਸੀ 30-35 ਸਾਲ ਦਾ, ਤੇ ਬਸ ਆਪਣਾ ਖੇਤੀ ਦੇ ਸੰਬੰਧ ਦੇ ਕਰਜ਼ੇ ਦੇ ਸੰਬੰਧ ਨਾਲ ਥੋੜ੍ਹਾ ਜਿਹਾ ਮਾਨਸਿਕ ਤੌਰ ਤੇ ਰਹਿੰਦਾ ਸੀਗਾ, ਵੀ ਦਵਾਈ ਵੀ ਚੱਲਦੀ ਸੀਗੀ, ਉਹਦੇ ਕਰਕੇ ਜੀ ਇਹ ਖੁਦਕੁਸ਼ੀ ਕਰ ਗਈ। ਕਿੰਨਾ ਕਰਜ਼ੇ ਸਰ? ਕਰਜ਼ਾ ਦੇ ਸਰ ਲਗਭਗ 3 ਲੱਖ ਰੁਪਏ ਦਾ ਸੀਗਾ ਤੇ ਪੌਣੇ 3 ਕਿੱਲੇ ਜ਼ਮੀਨ ਹੈ, ਉਹਦੇ ਵਿੱਚੋਂ ਕਿੱਲਾ 1.5 ਕਿੱਲਾ ਗਹਿਣੇ ਹੈ, ਕਿੱਲਾ ਕੇ ਖੇਤੀ ਕਰਦਾ ਸੀਗਾ ਜੀ, ਦੁੱਧ ਪਾਉਂਦਾ। ਉਮਰ ਕਿੰਨੀ ਹੈ ਜੀ? ਉਮਰ 35 ਸਾਲ ਦੇ ਲਗਭਗ ਹੈ ਜੀ। ਤੇ ਬਾਲ ਬੱਚੇ ਜਿਹੜੇ ਮਗਰ ਕੌਣ ਰਹਿ ਗਏ? ਬਾਲ ਬੱਚਾ ਕੋਈ ਨਹੀਂ ਜੀ ਇਹਦੇ ਪਿੰਡ ਦਾ। ਉਹ ਤੂੰ ਦੱਸਦੇ ਸੀ ਕਿ ਵਿਆਹ ਕਰਵਾਇਆ ਸੀਗਾ, ਉਹਦੇ ਬਾਰੇ ਸਾਨੂੰ ਬਾਹਲਾ ਪਤਾ ਨਹੀਂ ਹੈ ਜੀ। ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ 20 ਫਰਵਰੀ ਯਾਨੀ ਕਿ ਭਲਕੇ ਪੈ ਰਹੀਆਂ ਨੇ, ਜਿਸ ਨੂੰ ਲੈ ਕੇ ਪੰਜਾਬ ਭਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪੋ ਆਪਣੇ ਜ਼ਿਲ੍ਹੇ ਵਿੱਚ ਤਿਆਰੀ ਮੁਕੰਮਲ ਕਰ ਲਈ ਗਈ ਹੈ। ਇਸੇ ਕੜੀ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ 4 ਵਿਧਾਨ ਸਭਾ ਹਲਕਿਆਂ ਲਈ ਵੋਟਾਂ ਪੈਣਗੀਆਂ, ਜਿੱਥੇ 7,53,281 ਵੋਟਰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰ ਸਕਣਗੇ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਬਬੀਤਾ ਕਲੇਰ ਨੇ ਦੱਸਿਆ ਕਿ ਪੁਰਸ਼ ਵੋਟਰ 3,98,015 ਤੇ ਮਹਿਲਾ ਵੋਟਰ 3,55,247 ਤੇ 19 ਹੋਰ ਵੋਟਰ ਨੇ। ਇਸ ਦੌਰਾਨ ਜ਼ਿਲ੍ਹਾ ਚੋਣ ਅਫਸਰ ਨੇ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਵੋਟ ਦੇ ਹੱਕ ਦੀ ਵਰਤੋਂ ਜ਼ਰੂਰ ਕਰਨ ਤੇ ਵੋਟ ਬਿਨਾਂ ਕਿਸੇ ਡਰ, ਭੈ ਤੇ ਲਾਲਚ ਤੋਂ ਪਾਉਣ। ਸਾਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਬਿਲਕੁਲ ਕਲੀਅਰ ਕੱਟ ਹਦਾਇਤਾਂ ਨੇ ਕਿ ਜਿਹੜਾ ਵੀ ਵੋਟਰ ਤੁਹਾਡੇ ਬੂਥ ਤੇ ਆਏਗਾ ਉਹ ਸਮਝ ਲਓ ਕਿ ਪੰਜਾਬੀ 'ਚ ਜਿਹੜੀ ਕਹਾਵਤ ਹੈਗੀ ਕਿ ਤੁਹਾਡਾ ਪ੍ਰਾਹੁਣਾ ਹੈ, ਜਾਂ ਤੁਸੀਂ ਸਮਝ ਲਓ ਕਿ ਤੁਹਾਡਾ ਜਵਾਈ ਹੈ, ਜਾਂ guest is always treated like this in India। ਸੋ ਤੁਸੀਂ ਇਹ ਵੀ ਸੁਣਿਆ ਹੋਣਾ ਕਿ ਇੱਥੋਂ ਹੀ ਭਵੋ। ਸੋ ਇਸ ਚੀਜ਼ ਨੂੰ ਅਸੀਂ ਮੱਦੇਨਜ਼ਰ ਰੱਖਦੇ ਹੋਏ ਹਰ ਬੂਥ ਦੇ ਉੱਤੇ ਤੁਹਾਡੇ ਵਾਸਤੇ ਅਸੀਂ ਪੀਣ ਦੇ ਪਾਣੀ ਦਾ ਪ੍ਰਬੰਧ ਕੀਤਾ ਹੈਗਾ, ਉੱਥੇ ਤੁਹਾਡੇ ਬੈਠਣ ਦਾ ਇੰਤਜ਼ਾਮ ਕੀਤਾ ਹੈਗਾ, ਰੈਂਪ ਹੈਗੇ ਨੇ ਜਿਹੜੇ ਸਾਡੇ ਭੈਣ ਭਰਾ ਥੋੜ੍ਹੀ ਬਹੁਤੀ ਜਿਨ੍ਹਾਂ ਨੂੰ ਫਿਜ਼ੀਕਲੀ ਚੈਲੰਜਡ ਹੈਗੇ ਨੇ, ਉਹਨਾਂ ਵਾਸਤੇ ਅਸੀਂ ਹਰ ਬੂਥ ਤੇ ਵੀਲ ਚੇਅਰ ਦਾ ਵੀ ਇੰਤਜ਼ਾਮ ਕੀਤਾ। ਇੱਥੋਂ ਤੱਕ ਕਿ ਅਸੀਂ ਕੁਝ ਵਲੰਟੀਅਰ ਟੀਮਸ ਬਣਾਈਆਂ ਨੇ, NCC ਵਾਲੀਆਂ ਨੇ, ਤੁਸੀਂ ਦੇਖੀਆਂ ਵੀ ਹੋਣੀਆਂ ਸ਼ਾਇਦ, ਤੁਹਾਡੀ ਨੌਲੇਜ ਹੁਣ ਤੁਸੀਂ, ਮੈਂ ਚਾਹੂੰਗੀ ਕਿ ਤੁਸੀਂ ਵੀਡੀਓਗ੍ਰਾਫੀ ਕਰੋ। ਉਹ ਘਰ ਘਰ ਜਾਣਗੇ ਜਿੱਥੇ ਜ਼ਿਆਦਾ ਦਿੱਕਤ ਹੈ, ਅਸੀਂ ਉਹਨਾਂ ਨੂੰ ਗੱਡੀ ਦੇ ਵਿੱਚ ਬਕਾਇਦਾ ਲੈ ਕੇ ਆਵਾਂਗੇ, ਜਿਹੜੇ ਕਿ ਸਾਨੂੰ ਲੱਗਦਾ ਕਿ ਬਿਲਕੁਲ ਹੀ ਨਹੀਂ ਆ ਪਾ ਰਹੇ ਹੈਗੇ, ਅਸੀਂ ਉਹਨਾਂ ਨੂੰ ਉੱਥੇ ਵੀ ਵੀਲ ਚੇਅਰ ਗੱਡੀ ਦੇ ਵਿੱਚ ਲਵਾਂਗੇ ਔਰ ਉਹਨਾਂ ਨੂੰ ਬੂਥ ਤੱਕ ਲੈ ਕੇ ਆਵਾਂਗੇ। ਇਸ ਵਾਰੀ ਅਸੀਂ ਇੱਕ ਹੋਰ ਚੇਂਜ ਕੀਤੀ ਹੈ ਕਿ ਕੋਵਿਡ ਦੀ ਵਜ੍ਹਾ ਦੇ ਨਾਲ, ਜਿਵੇਂ ਪਹਿਲਾਂ ਤਾਂ ਸੀਗਾ ਜੀ ਸਾਡੇ ਪੰਜਾਬ ਦੇ ਲੋਕ ਇੰਨਾ ਭਾਈਚਾਰਕ ਸਾਂਝ ਰੱਖਦੇ ਨੇ ਕਿ ਉਹ ਆਪਣੇ ਘਰਾਂ ਤੋਂ ਖਾਣਾ ਲੈ ਜਾਂਦੇ ਨੇ, ਸਿਰਫ ਕੋਵਿਡ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਅਸੀਂ ਉਹਨਾਂ ਨੂੰ ਹੁਣ ਪੋਲਿੰਗ ਪਾਰਟੀ ਲਈ ਜਿਹੜਾ ਹੈਗਾ ਆ ਮਿਡ ਡੇ ਮੀਲ ਜਿਹੜੀ ਹੈਗੀ ਆ ਉਹ ਤਿਆਰ ਕਰ ਰਹੇ ਹੈਗੇ ਆ, ਪੈਕੇਟ ਬੰਦ ਫੂਡ, ਉਹ ਵੀ ਵਿਦ ਪ੍ਰੀਕਾਸ਼ਨਸ ਲੈ ਕੇ, ਕੋਵਿਡ ਦੀਆਂ ਪ੍ਰੀਕਾਸ਼ਨਸ ਦੇ ਨਾਲ। ਠੀਕ ਹੈ, ਸਾਡੇ ਕੋਲ 2686 PWD ਵੋਟਰਸ ਨੇ, ਉਹ ਸਾਡਾ ਮੇਨ ਟਾਰਗੇਟ ਨੇ। ਸਾਡਾ ਇੱਕ ਬੂਥ ਵੀ ਹੈਗਾ PWD ਵਾਸਤੇ, ਤੇ PWD ਵੋਟਰਸ ਨੂੰ ਅਸੀਂ ਇੱਕ ਸਾਡੀ ਐਕਸਰਸਾਈਜ਼ ਸੀਗੀ, ਉਹਨਾਂ ਨੂੰ ਅਸੀਂ ਫਾਰਮ ਨੰਬਰ ਦੇਣਾ ਸੀਗਾ, ਪੋਸਟਲ ਬੈਲਟ ਪੇਪਰ ਦਾ 13 ਨੰਬਰ ਅਸੀਂ ਉਹਨਾਂ ਨੂੰ ਦਿੱਤਾ ਸੀਗਾ। ਉਹਨਾਂ ਨੇ ਜਿਨ੍ਹਾਂ ਨੇ ਵੀ ਆਪਣਾ ਡੀ ਫਾਰਮ ਕੀਤਾ ਸੀਗਾ ਅਡੋਪਟ, ਉਹਦੇ ਵਿੱਚੋਂ ਉਹਨਾਂ ਨੇ 447 ਜਿਹੜੇ ਸੀਗੇ ਪੋਸਟਲ ਬੈਲਟ ਦੇ ਨਾਲ ਵੋਟ ਪਾਉਣ ਵਾਸਤੇ ਉਹਨਾਂ ਨੇ ਕੀਤਾ ਸੀਗਾ। ਉਹਦੇ ਵਾਸਤੇ ਇੱਕ ਪ੍ਰੋਸੈਸ ਸੀਗਾ ਕਿ ਉਹਨਾਂ ਦੇ ਘਰ ਅਸੀਂ ਟੀਮਾਂ ਭੇਜਣੀਆਂ ਸੀਗੀਆਂ, ਉਹ ਸਾਡਾ ਪਿਛਲੇ ਹਫਤੇ ਹੋ ਚੁੱਕਿਆ ਪ੍ਰੋਸੈਸ। ਉਹਦੇ ਵਿੱਚ ਸੀਗਾ ਕਿ ਵੀਡੀਓਗ੍ਰਾਫੀ ਕੀਤੀ ਗਈ ਹੈ, ਜਿਸ ਵੀ ਬੰਦੇ ਨੇ, ਚਾਹੇ ਉਹ 80+ ਸੀਗੇ, ਚਾਹੇ ਉਹ ਪੋਸਟਲ ਬੈਲਟ PWD ਵੋਟਰ ਸੀ, ਅਸੀਂ ਉਹਨਾਂ ਦੇ ਘਰਾਂ 'ਚ ਜਾ ਕੇ ਇੱਕ ਪ੍ਰੋਪਰ ਟੀਮ ਬਣਾਈ ਗਈ ਸੀ। ਉਸ ਵੋਟ ਪਾਉਣ ਦਾ ਟਾਈਮ ਸੀਗਾ, ਉੱਥੇ ਅਸੀਂ ਪੋਲੀਟੀਕਲ ਪਾਰਟੀਜ਼ ਨੂੰ ਆਲਰੇਡੀ ਦੱਸਿਆ ਸੀਗਾ ਕਿ ਅਸੀਂ ਇਸ ਘਰ 'ਚ ਫਲਾਨਾ ਘਰਾਂ 'ਚ ਜਾਵਾਂਗੇ ਔਰ ਇਸ ਜਗ੍ਹਾ ਦੇ ਉੱਤੇ ਤੁਸੀਂ ਵੀ ਪ੍ਰੈਜ਼ੈਂਟ ਹੋਵੋ ਤਾਂ ਕਿ ਕੱਲ੍ਹ ਨੂੰ ਤੁਹਾਨੂੰ ਕੋਈ ਖਦਸ਼ਾ ਨਾ ਹੋਵੇ। ਸੋ ਉਹ ਸਾਡਾ ਪ੍ਰੋਸੈਸ ਪੂਰਾ ਹੋ ਗਿਆ, ਸਾਰੀਆਂ ਵੋਟਾਂ ਅਸੀਂ ਪਵਾਈਆਂ ਨੇ,
ਬਿਲਕੁਲ ਹੀ ਕਾਨੂੰਨ ਦੇ ਮੁਤਾਬਕ ਪਵਾਈਆਂ ਨੇ। ਪੋਲੀਟੀਕਲ ਪਾਰਟੀਆਂ ਨੂੰ ਅਸੀਂ ਬਿਲਕੁਲ ਇਨਫੋਰਮ ਕਰਕੇ, ਸਾਨੂੰ ਹਾਲੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਕਿ ਕੁਝ ਕਿਸੇ ਨੇ ਆਬਜੈਕਸ਼ਨ ਕੀਤਾ ਹੋਵੇਗਾ ਕਿ ਸਹੀ ਨਹੀਂ ਪ੍ਰੋਸੈਸ ਕੀਤਾ। ਜਿਹੜੇ ਬਾਕੀ ਸਾਡੇ ਰਹਿ ਗਏ ਨੇ, ਅਸੀਂ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਹਨਾਂ ਨੂੰ ਆਪਣੇ ਕੋਲ ਲੈ ਕੇ ਆਵਾਂਗੇ। ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਦੇਖਣ ਵਾਸਤੇ ਇਸ ਵਾਰੀ ਅਸੀਂ ਅਲੱਗ-ਅਲੱਗ ਜਿਹੜੇ ਲੋਕ ਨੇ, ਜਥੇਬੰਦੀਆਂ ਨੇ, ਉਹਨਾਂ ਨੂੰ ਇਨਵੋਲਵ ਕੀਤਾ ਹੋਇਆ। NSS ਨੂੰ ਇਨਵੋਲਵ ਕੀਤਾ ਹੈ, ਅਸੀਂ ਜਿਹੜੇ NCC ਦੇ ਕੈਡਟ ਨੂੰ ਯੂਜ਼ ਕੀਤਾ ਹੈਗਾ, ਕਈ ਸਾਡੇ ਇੱਥੇ NGO ਬੱਚੇ ਨੇ ਸਕੂਲਾਂ ਦੇ ਵਿੱਚ, ਉਹਨਾਂ ਨੂੰ ਵੀ ਇਨਵੋਲਵ ਕੀਤਾ ਹੈਗਾ ਸਾਡੀ ਹੈਲਪ ਕਰਨ ਵਾਸਤੇ। ਸੋ ਕੁੱਲ ਮਿਲਾ ਕੇ ਪ੍ਰਸ਼ਾਸਨ ਬਿਲਕੁਲ ਹੀ ਇਹ ਚਾਹੁੰਦਾ ਹੈਗਾ ਆ ਕਿ ਸਾਡੇ ਜਿਹੜੇ ਟੀਚੇ ਨੇ 100% ਵੋਟਿੰਗ ਨੇ ਉਹ ਪੂਰੇ ਹੋ ਜਾਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਟਨਾਸ਼ਕਾਂ ਤੇ ਹੋਰ ਖੇਤੀ ਸਮੱਗਰੀਆਂ ਦੇ ਛਿੜਕਾਅ ਲਈ 100 ਕਿਸਾਨ ਡਰੋਨਾਂ ਦਾ ਉਦਘਾਟਨ ਕੀਤਾ। ਇਸ ਦੇ ਨਾਲ ਉਹਨਾਂ ਭਰੋਸਾ ਜਤਾਇਆ ਕਿ ਡਰੋਨ ਖੇਤਰ ਵਿੱਚ ਭਾਰਤ ਦੀ ਵਧ ਰਹੀ ਸਮਰੱਥਾ ਦੁਨੀਆ ਨੂੰ ਨਵੀਂ ਅਗਵਾਈ ਦੇਵੇਗੀ। ਖੇਤੀਬਾੜੀ ਖੇਤਰ ਵਿੱਚ ਡਰੋਨ ਦੀ ਵਰਤੋਂ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਡਰੋਨ ਦੀ ਵਰਤੋਂ ਦਾ ਸੱਭਿਆਚਾਰ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਡਰੋਨ ਖੇਤਰ ਵਿੱਚ ਭਾਰਤ ਦੀ ਵਧਦੀ ਸਮਰੱਥਾ ਵਿਸ਼ਵ ਨੂੰ ਇੱਕ ਨਵੀਂ ਅਗਵਾਈ ਦੇਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਡਰੋਨ ਸਟਾਰਟਅਪ ਦਾ ਇੱਕ ਨਵਾਂ ਸੱਭਿਆਚਾਰ ਸਿਰਜਿਆ ਜਾ ਰਿਹਾ ਹੈ। इन्हां दी गिणती हुण 200 तो वध है, जो आने वाले समय विच हज़ारां विच होवेगी। अगर नीतियां सही हो तो देश कितनी ऊंची उड़ान भर सकता है, आज का दिवस इसका बड़ा उदाहरण है। कुछ साल पहले तक देश में जब ड्रोन का नाम लिया जाता था तो लगता था कि ये सेना से जुड़ी हुई कोई व्यवस्था है, ये दुश्मनों से मुकाबला करने के लिए उपयोग में आने वाली चीजें हैं, उसी दायरे में सोचा जाता था। लेकिन आज हम मानेसर में किसान ड्रोन सुविधाओं का उद्घाटन कर रहे हैं। ये 21वीं सदी की आधुनिक कृषि व्यवस्था की दिशा में एक नया अध्याय है। मुझे विश्वास है ये शुरुआत न केवल ड्रोन सेक्टर के विकास में मील का पत्थर साबित होगी, बल्कि इसमें संभावनाओं का एक अनंत आकाश भी खुलेगा। मुझे भी बताया गया है कि गरुड़ एरोस्पेस ने अगले 2 वर्षों में 1 लाख मेड इन इंडिया ड्रोन बनाने का लक्ष्य रखा है। इससे अनेकों युवाओं को नए रोजगार और नए अवसर मिलेंगे। मैं इसके लिए गरुड़ एरोस्पेस की टीम को, सारे नौजवान साथियों को बधाई देता हूं। साथियों, देश के लिए ये समय आजादी के अमृत काल का समय है, ये युवा भारत का समय है और भारत के युवाओं का समय है। दिल्ली के मुख मंत्री अरविंद केजरीवाल ने कहा है कि उन्होंने सरकार देश की भलाई लई राजनीतिक विचारधारावां नूं दरकिनार करते हुए सिक्ख्या ते सेहत दे बुनियादी ढांचे नूं बेहतर बनाउण विच मदद करन लई दूजे राज्यां दीयां सरकारां नाल सहयोग करन लई तैयार है। केजरीवाल ने शनिवार नूं दिल्ली दे सरकारी स्कूलां विच 12,430 क्लासरूमां दे उद्घाटन मौके इह गल कही। मुख मंत्री ने कहा, मैं अज एक पेशकश कर रहा हां, जेकर कोई भी राज सरकार, चाहे वह भारतीय जनता पार्टी जां कांग्रेस की अगवाई वाली होवे, अपने सिक्ख्या ढांचे विच सुधार करना चाहती है तां असीं उन्हां दा साथ देण लई तैयार हां। केंद्र सरकार ने कवि ते आम आदमी पार्टी के साबका नेता कुमार विश्वास नूं CRPF सुरक्षा के नाल-नाल वाई श्रेणी की सुरक्षा दी है। कुमार विश्वास हुण CRPF जवानां की सुरक्षा विच होणगे। गृह मंत्रालय ने कुमार विश्वास नूं वाई श्रेणी की सुरक्षा देण दा वड्डा फैसला लिया है। कुमार विश्वास अपने बयानां कारण खालिस्तान पक्खी लोकां दे निशाने ते ने ते उन्हां नूं धमकियां दित्तियां जा रहीआं ने। कुमार विश्वास की जान नूं खतरे दे खदशे कारण उन्हां नूं इह सुरक्षा दित्ती गई है। चोणां तो एक दिन पहला हलका सनौर विच राजनीतिक हलचल ने सियासी भुचाल लिया दिता है। अकाली दल के सीनियर आगू ते साबका चेयरमैन सुखजिंदर सिंह टांडा ने अकाली दल तो अस्तीफा दे दिता ते अपना समर्थन
ਹਲਕਾ ਸਨੌਰ ਤੋਂ ਉਮੀਦਵਾਰ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਦਿੱਤਾ ਹੈ। ਇਸ ਮੌਕੇ ਟਾਂਡਾ ਨੇ ਕਿਹਾ ਕਿ ਅਕਾਲੀ ਦਲ ਦੀਆਂ ਗਲਤ ਨੀਤੀਆਂ ਤੇ ਹਰਮੀਤ ਉੱਤੇ ਨਿੱਜੀ ਹਮਲਿਆਂ ਤੋਂ ਤੰਗ ਹੋ ਕੇ ਉਹਨਾਂ ਨੇ ਪਾਰਟੀ ਛੱਡੀ ਹੈ। ਹਾਂਜੀ, ਮੈਂ ਸੁਖਜਿੰਦਰ ਸਿੰਘ ਟਾਂਡਾ, ਸਾਬਕਾ ਚੇਅਰਮੈਨ। ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲੇ ਰਿਜ਼ਾਈਨ ਕੀਤਾ ਸੀ, ਪਰ ਅੱਜ ਮੈਂ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਦੁਬਾਰਾ ਜੁਆਇਨ ਹੋ ਰਿਹਾ ਤੇ ਆਪਣੇ ਹਰਮੀਤ ਸਿੰਘ ਜੀ ਪਠਾਨ ਮਾਜਰਾ ਜੋ ਸਾਡੇ ਹਲਕੇ ਦਾ ਕੈਂਡੀਡੇਟ ਹੈ ਉਹਦੀ ਹਮਾਇਤ ਕਰਨ ਦਾ ਫੈਸਲਾ ਕੀਤਾ। ਅਸਲ ਆਮ ਆਦਮੀ ਪਾਰਟੀ 'ਚ ਐਸੇ ਕੀ ਤੁਹਾਨੂੰ ਲੱਗਿਆ ਵੀ ਜਿਹੜਾ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਤੁਸੀਂ ਜੁਆਇਨ ਕੀਤਾ? ਇਹਦੇ ਬਹੁਤ ਸਾਰੇ ਕਾਰਨ ਨੇ। ਸਭ ਤੋਂ ਵੱਡਾ ਮੇਨ ਕਾਰਨ ਤਾਂ ਇਹੀ ਹੈ ਕਿ ਇੱਕ ਤਾਂ ਸਾਡੇ ਹਲਕੇ ਦਾ ਉਮੀਦਵਾਰ ਹੈ। ਅਸੀਂ ਬਹੁਤ ਚਿਰ ਤੋਂ ਇਹ ਡਿਮਾਂਡ ਕਰਦੇ ਸੀ ਵੀ ਜੋ ਉਮੀਦਵਾਰ ਆਵੇ ਸਾਡੇ ਸਨੌਰ ਹਲਕੇ ਦਾ ਉਹ ਇਸੇ ਹਲਕੇ ਦਾ ਹੋਵੇ। ਉਸ ਹਲਕੇ ਦੀਆਂ ਬਹੁਤ ਡਿਮਾਂਡਾਂ ਨੇ ਜੋ ਇੱਥੋਂ ਦੇ ਹਲਕੇ ਦੇ ਜੰਮਪਲ ਨੂੰ ਪਤਾ, ਉਹ ਬਾਹਰ ਦੇ ਬੰਦੇ ਨੂੰ ਨਹੀਂ ਪਤਾ ਹੋ ਸਕਦਾ। ਤੇ ਦੂਜਾ ਇੱਕ ਹੋਰ ਵੀ ਸਾਨੂੰ ਗੁੱਸਾ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ 'ਚੋਂ ਮੈਂ ਰਿਜ਼ਾਈਨ ਕਰਕੇ ਆਇਆ। ਉਹਦਾ ਮੇਨ ਰਿਜ਼ਾਈਨ ਕਰਨ ਦਾ ਇੱਕ ਇਹ ਕਾਰਨ ਸੀ ਕਿ ਜਿੱਥੇ ਵੀ ਕਰੇ ਅਸੀਂ ਸਟੇਜ ਤੇ ਜਾਂਦੇ ਸੀ ਜਾਂ ਜਿੱਥੇ ਜਾਂਦੇ ਸੀ ਉਹ ਪਰਸਨਲੀ ਅਟੈਕ ਉਹ ਹਰਮੀਤ ਸਿੰਘ ਪਠਾਨ ਮਾਜਰਾ 'ਤੇ ਕਰਦੇ ਸੀ। ਉਸ ਗੱਲ ਦਾ ਸਾਨੂੰ ਬਹੁਤ ਗੁੱਸਾ ਹੈ ਕਿਉਂਕਿ ਰਿਸ਼ਤੇਦਾਰੀਆਂ ਵੀ ਨੇ, ਲੇਕਿਨ ਦੁੱਖ ਇਸ ਗੱਲ ਦਾ ਹੈ ਕਿ ਕਿਸੇ ਨੂੰ ਪਰਸਨਲ ਅਟੈਕ ਨਹੀਂ ਕਰਨਾ ਚਾਹੀਦਾ। ਅਸੀਂ ਤਾਂ ਇਸ ਚੀਜ਼ ਦੇ ਹੱਕ 'ਚ ਵੀ ਨਹੀਂ ਹੈਗੇ ਕਿ ਹਰਮੀਤ ਪਠਾਨ ਮਾਜਰਾ ਉਹਦੇ 'ਤੇ ਪਰਸਨਲ ਚੰਦੂ ਮਾਜਰੇ 'ਤੇ ਅਟੈਕ ਕਰੇ, ਪਰ ਉਹ ਕਿਉਂ ਕਰੇ? ਕੀ ਮਾੜਾ ਦੇਖਿਆ ਉਹਨੇ? ਜੇ ਬੰਦਾ ਇੱਕ ਦੂਜੇ ਦੀਆਂ ਪਰਸਨਲ ਫੁੱਲਣ ਲੱਗ ਜਾਏ ਫਿਰ ਤਾਂ ਬਹੁਤ ਨਿਕਲ ਆਉਣਗੇ। ਇਸ ਕਰਕੇ ਜੀ ਪਰਸਨਲ ਅਟੈਕ ਜਾਂ ਪਾਲਿਸੀਆਂ ਨੂੰ ਲੈ ਕੇ ਵੀ ਹੈ? ਨਹੀਂ, ਪਾਲਿਸੀਆਂ ਨੂੰ ਮੈਂ ਤੁਹਾਨੂੰ ਦੱਸਿਆ ਨਾ ਕਿ ਹਲਕੇ ਦਾ ਕੈਂਡੀਡੇਟ ਹੈ। ਸਾਨੂੰ ਹਲਕੇ ਦਾ ਕੈਂਡੀਡੇਟ ਚਾਹੀਦਾ ਸੀ। ਉਹ ਬੜੇ ਚਿਰ ਤੋਂ ਅਸੀਂ ਸਾਡੇ ਮਨ ਦੀ ਇੱਛਾ ਸੀ, ਇਸ ਕਰਕੇ ਅਸੀਂ ਹਰਮੀਤ ਸਿੰਘ ਨੇ। ਚੰਦੂ ਮਾਜਰਾ ਹਲਕੇ ਦੇ ਕੈਂਡੀਡੇਟ ਨਹੀਂ ਹੈ? ਪਹਿਲਾਂ ਨਾਲ ਸੀ ਤੁਸੀਂ? ਨਹੀਂ, ਉਹ ਹਲਕੇ ਦਾ ਕੈਂਡੀਡੇਟ ਕਿੱਥੋਂ ਹੈ? ਉਹ ਤਾਂ ਚੰਦੂ ਮਾਜਰਾ ਰਾਜਪੁਰੇ ਪਿੰਡ 'ਚ ਪੈਂਦਾ ਹੈ। ਉਹ ਤਾਂ ਚੰਦੂ ਮਾਜਰਾ ਸਾਹਿਬ ਦਾ ਖੁਦ ਭਾਣਜਾ ਜਿਹੜਾ ਉਹ ਵੀ ਇਸੇ ਗੱਲ ਤੋਂ ਰੁੱਸਿਆ ਸੀ ਵੀ ਚੰਦੂ ਮਾਜਰਾ ਸਾਹਿਬ ਆਪਣੇ ਹਲਕੇ ਜਾਣ, ਘਨੌਰ ਮੇਰੇ ਲਈ ਖਾਲੀ ਕਰਨ। ਉਹ ਹਲਕੇ ਦੇ ਤਾਂ ਨਹੀਂ ਨੇ, ਉਹ ਰਾਜਪੁਰੇ ਦੇ ਨੇ। ਰਾਜਪੁਰੇ ਜਾ ਕੇ ਇਲੈਕਸ਼ਨ ਲੜਨਾ ਚਾਹੀਦਾ। ਉਹਨਾਂ ਦਾ ਬੇਟਾ ਵੀ ਇੱਥੋਂ ਲੜ ਰਿਹਾ, ਕੋਈ ਇਸ ਹਲਕੇ ਦੇ ਤਾਂ ਹੈ ਨਹੀਂ। ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਕੁਝ ਹੋਰ ਨਵੀਆਂ ਖਬਰਾਂ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।